ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਅੱਜ ਦੇ ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਆਪ ਸਭਨਾਂ ਦਾ ਸਵਾਗਤ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਮਹਿਮਾਨ ਨੂੰ ਅਸੀਂ ਬੁਲਾਇਆ ਹੈ ਉਹਨਾਂ ਦਾ ਸੰਬੰਧ ਇੰਸ਼ੋਰੈਂਸ ਇੰਡਸਟਰੀ ਨਾਲ ਹੈ। ਉਹਨਾਂ ਦਾ ਨਾਮ ਹੈ ਜਸਜੀਤ ਸਿੰਘ ਬਾਵਾ ਔਰ ਪੰਜਾਬ ਇੰਸ਼ੋਰੈਂਸ ਐਡਮਿੰਟਨ ਦੇ ਉਹ ਸੀਨੀਅਰ ਮੈਨੇਜਰ ਹਨ। ਆਓ ਜੀ ਤੁਹਾਡੀ ਇਹਨਾਂ ਨਾਲ ਮੁਲਾਕਾਤ ਕਰਾਉਂਦੇ ਹਾਂ। ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਮਨਜੀਤ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਸਾਰੇ ਹੀ ਜਿਹੜੇ ਦਰਸ਼ਕ ਇਸ ਵੇਲੇ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨੂੰ ਦੇਖ ਰਹੇ ਹਨ, ਦੇਸ਼ ਔਰ ਵਿਦੇਸ਼ਾਂ ਦੇ ਵਿੱਚ ਦੇਖ ਰਹੇ ਹਨ, ਖਾਸ ਕਰਕੇ ਮੈਂ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਖਦਾ ਜੀ। ਬਾਬਾ ਜੀ ਅਗਰ ਗੱਲ ਕਰੀਏ ਅਸੀਂ ਇਸ ਸਾਲ ਦੀ 2020 ਦੀ, ਤੇ ਇਹ ਸਾਲ ਜਿਹੜਾ ਹੈ ਆਪਣੇ ਆਪ ਦੇ ਵਿੱਚ ਬੜਾ ਅਲੱਗ ਸੀਗਾ, ਡਿਫਰੈਂਟ ਸੀ। ਕਈ ਦੁਸ਼ਵਾਰੀਆਂ, ਕਈ ਸਮੱਸਿਆਵਾਂ, ਕਈ ਚੈਲੰਜਸ ਮਨੁੱਖਤਾ ਨੂੰ ਦੇਖਣੇ ਪਏ ਔਰ ਜ਼ਾਹਿਰ ਹੈ ਕਿ ਸਾਰੇ ਜਿਹੜੇ ਇੰਡਸਟਰੀਜ਼ ਨੇ ਔਰ ਖਾਸ ਕਰਕੇ ਸਰਵਿਸ ਇੰਡਸਟਰੀ ਵੀ ਇਹ ਤੋਂ ਅਛੂਤੀ ਨਹੀਂ ਹੈ। ਅਗਰ ਗੱਲ ਕਰੀਏ ਪੰਜਾਬ ਇੰਸ਼ੋਰੈਂਸ ਦੀ ਜਾਂ ਲਾਈਫ ਇੰਸ਼ੋਰੈਂਸ ਇੰਡਸਟਰੀ ਦੀ, ਕੁੱਲ ਮਿਲਾ ਕੇ ਤੁਸੀਂ ਜਿਹੜਾ ਵਰ੍ਹਾ 2020 ਹੈ ਇਸ ਨੂੰ ਕਿਵੇਂ ਦੇਖਦੇ ਜੀ? ਬਿਲਕੁਲ ਠੀਕ ਹੈ ਮਨਜੀਤ ਜੀ, ਕਿਉਂਕਿ ਇਹ ਗੱਲ ਜਿਹੜੀ ਹੈ ਜਗ ਜ਼ਾਹਿਰ ਹੈ ਕਿ ਸਨ 2020 ਜਦੋਂ ਚੜ੍ਹਿਆ ਸੀ ਇਹ ਆਪਣਾ ਮੁਸੀਬਤਾਂ ਦਾ ਪਹਾੜ ਲੈ ਕੇ ਆਇਆ ਸੀ। ਬਿਲਕੁਲ। ਹਾਲਾਂਕਿ ਸ਼ੁਰੂਆਤ ਦੇ ਵਿੱਚ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ, ਅੰਦਾਜ਼ਾ ਨਹੀਂ ਸੀ ਕਿ ਵੀ ਇਹ ਇੰਨਾ ਵੱਡਾ ਪਹਾੜ ਬਣ ਜਾਏਗਾ ਔਰ ਇੰਨੀਆਂ ਵੱਡੀਆਂ ਦੁਸ਼ਵਾਰੀਆਂ ਲੈ ਕੇ ਇਹ ਨਿਬੜੇਗਾ। ਬਿਲਕੁਲ। ਹੁਣ ਜਾ ਕੇ ਸਾਲ 2020 ਦੇ ਅਖੀਰ 'ਚ ਜਾ ਕੇ ਕੁਛ ਸਾਹ ਆਉਣ ਲੱਗਾ ਕਿ ਵੀ ਸ਼ਾਇਦ ਵੈਕਸੀਨ ਦੇ ਆਉਣ ਦੇ ਨਾਲ ਕੁਝ ਹਾਲਾਤ ਬੈਟਰ ਹੋ ਸਕਦੇ ਆ। ਆਸ਼ਾ ਦੀ ਕਿਰਨ ਜਾਗੀ ਹੈ। ਪਰ ਜੇ ਕਹੋ ਕਿ ਜਿੰਨਾ ਚਿਰ ਵੈਕਸੀਨ ਨਹੀਂ ਆਈ ਸੀ ਤਾਂ ਕਿਸੇ ਨੂੰ ਵੀ ਇਹ ਅਜੇ ਤੱਕ ਪਤਾ ਨਹੀਂ ਸੀ ਕਿ ਵੀ ਇਹ ਮੁਸੀਬਤ ਦਾ ਪਹਾੜ ਕਿੰਨਾ ਲੰਬਾ ਅਜੇ ਹੋਰ ਚੱਲਣਾ। ਠੀਕ ਹੈ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਇਕੱਲੀ ਇੱਕ ਇੰਡਸਟਰੀ ਨਹੀਂ, ਮੇਰਾ ਖਿਆਲ ਔਰ ਇਕੱਲਾ ਇੱਕ ਦੇਸ਼ ਜਾਂ ਇੱਕ ਸ਼ਹਿਰ ਨਹੀਂ, ਪੂਰੀ ਦੁਨੀਆ ਹੀ ਹਿਲਾ ਕੇ ਰੱਖ ਦਿੱਤੀ ਹੈ ਕੋਵਿਡ-19। ਬਿਲਕੁਲ। ਇਹ ਇੱਕ ਐਸਾ ਮਨਹੂਸ ਨਾਮ, ਮਤਲਬ ਮੈਂ ਕਹਾਂ ਕਿ ਵੀ ਇਹ ਦੁਨੀਆ ਦੇ ਵਿੱਚ ਆਇਆ ਕਿ ਜਿਹਨੇ ਕੋਈ ਕਿੱਤਾ ਛੱਡਿਆ ਨਹੀਂ ਜਿਹੜਾ ਇਫੈਕਟ ਨਾ ਹੋਇਆ ਹੋਵੇ। ਠੀਕ ਹੈ ਜੀ। ਇਹ ਵੀ ਗੱਲ ਕੋਈ ਸ਼ੱਕ ਨਹੀਂ ਕਿ ਵੀ ਇੰਸ਼ੋਰੈਂਸ ਇੰਡਸਟਰੀ ਨੂੰ ਵੀ ਇਹ ਨੈਚੁਰਲੀ ਬਾਕੀਆਂ ਦੇ ਨਾਲ ਹੀ ਪ੍ਰਭਾਵਿਤ ਕੀਤਾ ਹੈਗਾ। ਪਰ ਮੈਂ ਇਹਨੂੰ ਇੱਕ ਦੂਜੇ ਨਜ਼ਰੀਏ ਨਾਲ ਵੀ ਦੇਖ ਰਿਹਾ। ਜਿੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਆਏ ਨੇ, ਮੈਂ ਉੱਥੇ ਇੱਕ ਚੀਜ਼ ਹੋਰ ਮਹਿਸੂਸ ਇਹ ਕੀਤੀ ਆ ਕਿ ਲੋਕਾਂ ਦੇ ਵਿੱਚ ਇੰਸ਼ੋਰੈਂਸ ਨੂੰ ਲੈ ਕੇ ਅਵੇਅਰਨੈਸ ਵੀ ਵਧੀ ਹੈ। ਠੀਕ ਹੈ ਜੀ। ਕਿਉਂਕਿ ਕਹਿੰਦੇ ਆ ਨਾ ਕਿ ਜਦੋਂ ਕੋਈ ਮੁਸੀਬਤ ਸਿਰ ਤੇ ਆਉਂਦੀ ਤਾਂ ਰੱਬ ਨੇੜੇ ਦਿਖਣ ਲੱਗ ਪੈਂਦਾ। ਹਾਂਜੀ। ਸੋ ਉਸ ਚੀਜ਼ ਦੇ ਵਿੱਚ ਇਹ ਹੋਇਆ ਕਿ ਵੀ ਜਦੋਂ ਅਸੀਂ ਲੋਕਾਂ ਨੂੰ ਕਹਿੰਦੇ ਸੀ ਕਿ ਵੀ ਤੁਹਾਨੂੰ ਇੰਸ਼ੋਰੈਂਸ ਦੀ ਲੋੜ ਆ, ਹਾਂਜੀ, ਤੇ ਤੁਸੀਂ ਇੰਸ਼ੋਰੈਂਸ ਲਓ, ਤੇ ਉਦੋਂ ਹਰ ਬੰਦੇ ਕੋਲ ਇੱਕ ਜਵਾਬ ਹੁੰਦਾ ਸੀ, ਕੋਈ ਨਹੀਂ ਲੈ ਲਾਂਗੇ ਜੀ, ਜਾਂ ਮੈਨੂੰ ਕੀ ਲੋੜ ਆ, ਅਜੇ ਕਿਹੜਾ ਕਾਹਲੀ ਆ। ਹਾਂਜੀ, ਮੈਨੂੰ ਕੀ ਹੋਣ ਲੱਗਾ। ਤੇ ਤੁਸੀਂ ਯਕੀਨ ਜਾਣਿਓ ਕਿ ਪਹਿਲੇ 4-5 ਮਹੀਨੇ ਤਾਂ ਨਹੀਂ ਲੋਕਾਂ ਨੂੰ ਇਹਦਾ ਬਹੁਤਾ ਜ਼ਿਆਦਾ ਮਤਲਬ ਫਰਕ ਪਿਆ। ਹਾਂਜੀ। ਪਰ ਮੈਂ ਜੇ ਗੱਲ ਕਰਾਂ ਕਿ ਮਈ-ਜੂਨ ਤੋਂ ਬਾਅਦ ਮੈਨੂੰ ਉਹਨਾਂ ਲੋਕਾਂ ਦੇ ਫੋਨ ਆ ਰਹੇ ਨੇ ਜਿਨ੍ਹਾਂ ਨੇ ਇਹ ਕਹਿ ਰੱਖਿਆ ਸੀ ਕਿ ਜੀ ਮੈਂ ਇੰਸ਼ੋਰੈਂਸ ਨਹੀਂ ਲੈਣੀ, ਮੈਨੂੰ ਕੋਈ ਲੋੜ ਨਹੀਂ ਇੰਸ਼ੋਰੈਂਸ ਦੀ। ਠੀਕ ਹੈ ਜੀ। ਔਰ ਉਹਨਾਂ ਲੋਕਾਂ ਨੇ ਇੰਸ਼ੋਰੈਂਸਾਂ ਲਈਆਂ ਵੀ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਇੰਸ਼ੋਰੈਂਸ ਲੈ ਲਓ, ਉਹ ਨਹੀਂ। ਹੁਣ ਲੋਕਾਂ ਨੇ ਖੁਦ ਮੈਨੂੰ ਫੋਨ ਕਰਕੇ ਭਾਜੀ ਮੇਰੇ ਕੋਲੋਂ ਇੰਸ਼ੋਰੈਂਸਾਂ ਲਈਆਂ, ਲਾਈਫ ਇੰਸ਼ੋਰੈਂਸ ਬਾਏ ਕੀਤੀ ਹੈ ਕਿ ਭਾਜੀ ਮੈਂ ਇੰਸ਼ੋਰੈਂਸ ਲੈਣੀ ਹੈ, ਮੈਨੂੰ ਦੱਸੋ ਕਦੋਂ ਮਿਲੋਗੇ। ਸੋ ਕਹਿਣ ਦਾ ਮਤਲਬ ਕਿ ਲੋਕਾਂ ਦਾ ਜਿਹੜਾ ਰਵੱਈਆ ਉਹਦੇ ਵਿੱਚ ਤਬਦੀਲੀ ਕਾਫੀ ਦੇਖਣ ਨੂੰ ਮਿਲੀ ਆ ਔਰ ਲੋਕਾਂ ਦੇ ਵਿੱਚ ਅਵੇਅਰਨੈਸ ਬਹੁਤ ਆਈ ਆ ਇਸ ਗੱਲ ਲਈ ਕਿ ਵੀ ਰਿਸਕ ਕਿਹਨੂੰ ਕਹਿੰਦੇ ਆ। ਬਿਲਕੁਲ। ਜ਼ਿੰਦਗੀ ਔਰ ਮੌਤ ਨੂੰ ਲੋਕਾਂ ਨੇ ਪਿਛਲੇ 1 ਸਾਲ ਦੇ ਵਿੱਚ ਬਹੁਤ ਨੇੜਿਓਂ ਦੇਖਿਆ। ਬਹੁਤ। ਹਾਂਜੀ। ਕਈ ਲੋਕ ਸਾਡੇ ਐਸੇ ਮੇਰੇ ਵੀਰ ਭੈਣ ਭਰਾ ਨੇ ਜਿਹੜੇ ਅਜੇ ਵੀ ਹਸਪਤਾਲਾਂ ਦੇ ਵਿੱਚ ਜੂਝ ਰਹੇ ਨੇ ਇਸ ਬਿਮਾਰੀ ਤੋਂ। ਬਿਲਕੁਲ। ਕਦੀ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਦੇਖੋ ਤਾਂ ਪਤਾ ਲੱਗਦਾ ਕਿ ਵੀ ਬਿਮਾਰੀ ਔਰ ਮੌਤ ਕਿਹਨੂੰ ਕਹਿੰਦੇ ਆ। ਬਹੁਤ ਲੋਕ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਨੇ ਜੀ। ਕਈ ਲੋਕ ਐਸੇ ਸੀ ਜਿਨ੍ਹਾਂ ਦੇ ਪਰਿਵਾਰ ਔਰ ਰਿਸ਼ਤੇਦਾਰ ਜਿਹੜੇ ਹਸਪਤਾਲ ਗਏ ਮੁੜ ਕੇ ਵਾਪਸ ਹੀ ਨਹੀਂ ਆਏ। ਬਿਲਕੁਲ। ਔਰ ਉਹਨਾਂ ਨੂੰ ਵਾਪਸੀ ਤਾਂ ਦੂਰ ਦੀ ਗੱਲ ਆ, ਉਹਨਾਂ ਨੂੰ ਉਹਨਾਂ ਨੇੜੇ ਸੰਬੰਧੀਆਂ ਦੇ ਈਵਨ ਕਿ ਸੰਸਕਾਰ ਕਰਨ ਦਾ ਮੌਕਾ ਤੱਕ ਨਹੀਂ ਮਿਲਿਆ। ਹਾਂਜੀ। ਕਿਉਂਕਿ ਇਹ ਬਿਮਾਰੀ ਐਸੀ ਖਤਰਨਾਕ ਸੀਗੀ। ਬਿਲਕੁਲ। ਪਰ ਜਿਹੜੀ ਗੱਲ ਆਪਾਂ ਪਹਿਲਾਂ ਕਰ ਰਹੇ ਸੀਗੇ, ਜਿਹੜਾ ਦੂਜਾ ਪੜਾਅ ਜਿਹੜਾ ਮੈਨੂੰ ਦੇਖਣ ਨੂੰ ਮਿਲਿਆ ਉਹ ਇਹ ਵੀ ਹੈ ਕਿ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਬਹੁਤ ਆਈ ਹੈ। ਦੈਟਸ ਦੀ ਗੁੱਡ। ਲੋਕਾਂ ਨੂੰ ਇਹ ਇੱਕ ਗੁੱਡ ਸਾਈਨ ਆ, ਗੁੱਡ ਪੁਆਇੰਟ ਆ ਇੰਡਸਟਰੀ ਦੇ ਵਾਸਤੇ ਵੀ ਤੇ ਲੋਕਾਂ ਲਈ ਵੀ। ਕਿਉਂਕਿ ਆਪਾਂ ਘਰੋਂ ਬਾਹਰ ਨਿਕਲਦੇ ਹਾਂ, ਕਿਸੇ ਨੇ ਕਦੀ ਸੋਚਿਆ ਹੁੰਦਾ ਕਿ ਮੇਰੇ ਰਸਤੇ 'ਚ ਜਾਂਦੇ ਆ ਕਿਤੇ ਮੇਰਾ ਐਕਸੀਡੈਂਟ ਹੋ ਜਾਣਾ। ਬਿਲਕੁਲ। ਘਰੋਂ ਆਪਾਂ
ਬੜਾ ਸੋਹਣਾ ਖਾ ਪੀ ਕੇ ਨਿਕਲਦੇ ਆ ਵੀ ਚਲ ਆਪਾਂ ਕੰਮ ਤੇ ਚੱਲੇ, ਜਿਹੜੇ ਰਸਤੇ 'ਚ ਐਕਸੀਡੈਂਟ ਹੋ ਜਾਂਦੇ ਆ। ਬਿਲਕੁਲ, ਕਿਉਂਕਿ ਕੋਈ ਮਾੜੀ ਘਟਨਾ ਜਿਹੜੀ ਤੁਹਾਨੂੰ ਦੱਸ ਕੇ ਨਹੀਂ ਆਉਂਦੀ, ਦੁਰਘਟਨਾ ਕਦੇ ਪਲਾਨ ਨਹੀਂ ਹੁੰਦੀ, ਦੁਰਘਟਨਾ ਕਦੀ ਪਲਾਨ ਨਹੀਂ ਹੁੰਦੀ। ਤੇ ਦੂਸਰੀ ਗੱਲ, ਇੰਸ਼ੋਰੈਂਸ ਕਦੀ ਟਾਈਮ ਸਿਰ ਲਈ ਨਹੀਂ ਜਾ ਸਕਦੀ, ਦੁਰਘਟਨਾ ਤੋਂ ਬਾਅਦ ਚ ਨਹੀਂ ਲਈ ਜਾ ਸਕਦੀ, ਪ੍ਰੀ ਪਲਾਨਡ ਲੈ ਲਓ ਤੇ ਇਟ ਕੈਨ ਵਰਕ। ਬਿਲਕੁਲ। ਹੁਣ ਕਈ ਲੋਕ ਮੈਨੂੰ ਅਜੇ ਵੀ ਹਾਸਾ ਆ ਜਾਂਦਾ ਕਈ ਵਾਰ ਉਹਨਾਂ ਲੋਕਾਂ ਤੇ ਫੋਨ ਕਰੇ, ਭਾਜੀ ਅਸੀਂ ਨਾ ਸਾਡੇ ਸੱਟ ਲੱਗ ਗਈ, ਸਾਡੇ ਕੋਈ ਇੰਸ਼ੋਰੈਂਸ ਹੈ ਨਹੀਂ ਤੇ ਇੰਸ਼ੋਰੈਂਸ ਲੈ ਸਕਦੇ ਅਸੀਂ ਹੁਣ? ਠੀਕ ਹੈ ਜੀ। ਤੇ ਫਿਰ ਉਹਨਾਂ ਦਾ ਜਵਾਬ ਤਾਂ ਜਿਹੜਾ ਅੰਡਰਸਟੂਡ ਹੀ ਆ ਵੀ ਨਾ ਹੀ ਹੁੰਦਾ, ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਤੁਹਾਡੀ ਉਹ ਚੀਜ਼ ਜਿਹੜੀ ਉਹ ਕਵਰ ਨਹੀਂ ਹੋਣੀ। ਸੋ ਇਸ ਕਰਕੇ ਵਾਈ ਨਾਟ ਡੂ ਇਟ ਬਿਫੋਰ ਟਾਈਮ। ਡੈਫੀਨਿਟਲੀ। ਬਾਬਾ ਜੀ, ਤੁਹਾਨੂੰ ਇੰਸ਼ੋਰੈਂਸ ਇੰਡਸਟਰੀ ਨਾਲ ਜੁੜਿਆ ਕਾਫੀ ਲੰਬਾ ਅਰਸਾ ਹੋ ਚੁੱਕਿਆ, ਕਾਫੀ ਵਧੀਆ ਤਜਰਬਾ ਤੁਹਾਡਾ। ਤੁਸੀਂ ਆਪਣੇ ਇੰਸ਼ੋਰੈਂਸ ਇੰਡਸਟਰੀ ਦੇ ਕਰੀਅਰ ਦੇ ਵਿੱਚ ਕਈ ਉਤਾਰ ਚੜਾਅ ਦੇਖੇ ਹੋਣਗੇ। ਖਾਸ ਕਰ ਅਗਰ ਅਸੀਂ ਗੱਲ ਕਰੀਏ 2020 ਨੂੰ ਅਸੀਂ 2019 ਦੇ ਨਾਲ ਕੰਪੇਅਰ ਕਰਨਾ ਹੋਵੇ ਤੇ ਕੀ ਚੇਂਜਸ ਦਿਖੀਆਂ ਇੰਸ਼ੋਰੈਂਸ ਇੰਡਸਟਰੀ ਨੂੰ ਲੈ ਕੇ ਜਾਂ ਲੋਕਾਂ ਦੇ ਐਟੀਟਿਊਡ, ਲੋਕਾਂ ਦੇ ਬਿਹੇਵੀਅਰ ਨੂੰ ਲੈ ਕੇ? ਬਹੁਤ ਚੇਂਜਸ ਆਈਆਂ ਨੇ ਜੀ। ਮੈਂ ਅਗਰ ਜ਼ਿਆਦਾ ਪਿੱਛੇ ਨਹੀਂ ਜਾਂਦਾ ਤਾਂ 2019 ਤੋਂ 2020 ਨੂੰ ਆਪਾਂ ਅਗਰ ਕੰਪੇਅਰ ਕਰੀਏ ਤਾਂ ਬਹੁਤ ਜ਼ਿਆਦਾ ਚੇਂਜਸ ਆਈਆਂ ਨੇ। ਠੀਕ ਹੈ ਜੀ। ਕਿਉਂਕਿ ਚੇਂਜਸ ਕੱਲੀਆਂ ਜਿਹੜੀਆਂ ਇੱਕ ਕਲਾਇੰਟਸ ਵੱਲੋਂ ਨਹੀਂ ਆਈਆਂ, ਰਾਦਰ ਕੰਪਨੀਆਂ ਵੱਲੋਂ ਵੀ ਆਈਆਂ। ਬਿਲਕੁਲ। ਔਰ ਮੈਂ ਸਲੂਟ ਕਰਦਾ ਔਰ ਸ਼ਾਬਾਸ਼ ਦਿੰਦਾ ਉਹਨਾਂ ਕੰਪਨੀਆਂ ਨੂੰ ਜਿਨ੍ਹਾਂ ਨੇ ਇਸ ਬਿਮਾਰੀ ਨੂੰ ਖਾਸ ਕਰਕੇ ਮੱਦੇਨਜ਼ਰ ਰੱਖਦੇ ਹੋਏ ਆਪਣੇ ਅੰਦਰ ਬਹੁਤ ਸਾਰੀਆਂ ਚੇਂਜਸ ਲਿਆਂਦੀਆਂ, ਫਲੈਕਸੀਬਿਲਿਟੀਜ਼ ਲਿਆਂਦੀਆਂ। ਬਿਲਕੁਲ। ਕਿਉਂਕਿ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ ਕਿ ਤੁਹਾਨੂੰ ਪਤਾ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਿਖਾਇਆ ਜਾਂਦਾ ਸੀ ਕਿ ਤੁਹਾਨੂੰ ਕਲਾਇੰਟ ਦੇ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਹੈ। ਬਿਲਕੁਲ। ਜਿਹਨੂੰ ਤੁਸੀਂ ਇੰਸ਼ੋਰੈਂਸ ਦੇਣੀ ਹੈ, ਤੁਸੀਂ ਉਹਨਾਂ ਨੂੰ ਮਿਲੋ, ਤੁਹਾਨੂੰ ਉਹਨਾਂ ਦੇ ਬਾਰੇ, ਪਿਛੋਕੜ ਬਾਰੇ ਸਾਰਾ ਕੁਝ ਪਤਾ ਹੋਣਾ ਚਾਹੀਦਾ। ਹਾਂਜੀ। ਹੁਣ ਜੇ ਆਪਾਂ ਕਲਾਇੰਟ ਦੇ ਨਾਲ ਬੈਠਾਂਗੇ ਨਹੀਂ ਤੇ ਆਪਾਂ ਉਹਦੇ ਨਾਲ ਕਿੰਨੀ ਕੁ ਜਾਣਕਾਰੀ ਉਹਦੇ ਕੋਲ ਟੈਲੀਫੋਨ ਤੇ ਹਾਸਲ ਕਰ ਸਕਦੇ ਹਾਂ? ਬਿਲਕੁਲ। ਇੱਕ ਇਹ ਸਵਾਲ ਸੀਗਾ। ਕੰਪਨੀਆਂ ਇਸ ਗੱਲ ਨੂੰ ਜਾਣੂ ਸੀ ਬਹੁਤ ਚੰਗੀ ਤਰ੍ਹਾਂ, ਪਰ ਉਹਨਾਂ ਨੂੰ ਇਹ ਵੀ ਪਤਾ ਸੀਗਾ ਕਿ ਅਗਰ ਅਸੀਂ ਇਹ ਤੇ ਸਟ੍ਰਿਕਟ ਰਹੇ ਤੇ ਇਹਦਾ ਮਤਲਬ ਕਿ ਕਲਾਇੰਟ ਮਿਲੇਗਾ ਹੀ ਨਹੀਂ ਜੀ, ਕਲਾਇੰਟ ਨਾਲ ਮੁਲਾਕਾਤ ਨਹੀਂ ਹੋਣੀ ਤੇ ਨੈਚੁਰਲੀ ਕੰਪਨੀਆਂ ਨੂੰ ਇਸ ਗੱਲ ਦਾ ਨੁਕਸਾਨ ਉਠਾਉਣਾ ਪੈਣਾ ਸੀ। ਹਾਂਜੀ। ਕੰਪਨੀਆਂ ਨੇ ਇਮੀਡੀਏਟਲੀ ਇਹਦੇ ਤੇ ਐਕਸ਼ਨ ਲਿਆ। ਉਹਨਾਂ ਨੇ ਕਿਹਾ ਵੀ ਜੀ ਤੁਸੀਂ ਸੋਸ਼ਲ ਡਿਸਟੈਂਸਿੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਟੈਲੀਫੋਨ ਦੇ ਉੱਤੇ ਹੀ ਜੋ ਜਾਣਕਾਰੀ ਆ ਉਹ ਲਓ। ਠੀਕ ਹੈ ਜੀ। ਰਾਦਰ 7-8 ਮਹੀਨੇ ਤੱਕ ਤਾਂ ਇੰਸ਼ੋਰੈਂਸ ਕੰਪਨੀ ਨੇ ਮੈਡੀਕਲ ਹੀ ਬੰਦ ਕਰਤੇ ਸੀ ਤੇ ਟੈਲੀਫੋਨ ਦੇ ਉੱਤੇ ਇੰਟਰਵਿਊ ਹੀ ਲੈਂਦੇ ਸੀ ਔਰ ਉਹ ਇੰਟਰਵਿਊ ਦੇ ਉੱਤੇ ਜਿਹੜਾ ਕਲਾਇੰਟ ਜੋ ਦੱਸਦਾ ਸੀ ਉਹਨੂੰ ਸੱਚ ਮੰਨ ਕੇ, ਸੱਚ ਦੇ ਆਧਾਰ ਤੇ ਅੱਗੇ ਇੰਸ਼ੋਰੈਂਸ ਪਾਲਿਸੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੀ। ਠੀਕ ਹੈ ਜੀ। ਹੁਣ ਉਹਨਾਂ ਨੇ ਕੁਝ ਜਿਹੜੇ ਚੇਂਜਸ ਕੀਤੇ, ਹੁਣ ਥੋੜੇ ਬਹੁਤ ਹੁਣ ਉਹ ਟੈਸਟ ਕਰਨ ਲੱਗ ਪਏ ਨੇ ਬਲੱਡ ਸ਼ੂਗਰ ਵਗੈਰਾ ਦੇ। ਹਾਂਜੀ। ਤੇ ਪਰ ਜਨਰਲੀ ਇੱਕ ਇਹ ਬੜਾ ਵੱਡਾ ਇੱਕ ਬਦਲਾਅ ਆਇਆ। ਦੂਸਰਾ ਵੱਡਾ ਬਦਲਾਅ ਇਹ ਆਇਆ ਸੋਸ਼ਲ ਡਿਸਟੈਂਸਿੰਗ ਨੂੰ ਮੱਦੇਨਜ਼ਰ ਰੱਖਦੇ ਹੋਏ, ਕਿਉਂਕਿ ਅੱਗੇ ਸਿਗਨੇਚਰ ਜਿਹੜੇ ਬਹੁਤ ਇੰਪੋਰਟੈਂਟ ਸੀ। ਬਿਲਕੁਲ। ਤੁਹਾਡੇ ਨਾਲ ਕੰਪਨੀ ਦਾ ਇੱਕ ਕੰਟਰੈਕਟ ਹੋਣਾ ਹੁੰਦਾ ਲਾਈਫ ਟਾਈਮ, ਕਿ ਤੁਸੀਂ ਕੌਣ ਹੋ, ਕੀ ਹੋ, ਤੁਸੀਂ ਕੀ ਕੁਝ ਕਿਹਾ ਕੰਪਨੀ ਨੂੰ, ਕੀ ਲਿਖ ਕੇ ਦਿੱਤਾ, ਉਹ ਸਾਰਾ ਕੁਝ ਤੁਹਾਡੇ ਸਿਗਨੇਚਰ ਜਿਹੜੇ ਅਸੀਂ ਲੈਂਦੇ ਸੀ ਤੇ ਅਸੀਂ ਅੱਗੇ ਕੰਪਨੀ ਨੂੰ ਪਾਸ ਔਨ ਕਰਦੇ ਸੀ ਜੀ। ਹੁਣ ਜੇ ਅਗਰ ਅਸੀਂ ਕਲਾਇੰਟ ਨੂੰ ਮਿਲਣਾ ਨਹੀਂ ਤੇ ਅਸੀਂ ਸਿਗਨੇਚਰ ਕਿੱਥੋਂ ਲੈਣੇ? ਬਿਲਕੁਲ। ਚਲੋ ਇੱਕ ਇਹ ਵੀ ਥੈਂਕਸ ਟੂ ਡਿਜੀਟਲ ਸਾਇੰਸ ਕਹਿ ਲਓ ਵੀ ਇਹਨਾਂ ਨੇ ਇੱਕ ਡਾਕੂ ਸਾਇੰਸ ਜਿਹੜੇ ਆ ਉਹ ਇੰਟਰੋਡਿਊਸ ਕਰਤੇ। ਸੋ ਡਿਜੀਟਲ ਹੋ ਗਈ ਇੰਸ਼ੋਰੈਂਸ, ਸਾਰਾ ਕੁਝ ਡਿਜੀਟਲ ਹੋ ਗਿਆ ਜੀ। ਬਿਲਕੁਲ। ਡਿਜੀਟਲ ਉਹਦੇ ਨਾਲ ਇਹ ਹੋ ਗਿਆ ਕਿ ਵੀ ਅਸੀਂ ਕਲਾਇੰਟ ਨੂੰ ਫੋਨ ਤੇ ਸਾਰੀ ਗੱਲਬਾਤ ਕਰਕੇ ਉਹਨਾਂ ਦੀ ਇਨਫੋਰਮੇਸ਼ਨ ਲੈ ਕੇ ਪਾਲਿਸੀ ਉਹਨਾਂ ਨੂੰ ਅਸੀਂ ਬਣਾ ਕੇ ਪੇਪਰ ਵਰਕ ਜਿਹੜਾ ਉਹਨਾਂ ਨੂੰ ਈਮੇਲ ਕਰ ਦੇਣਾ ਤੇ ਕਲਾਇੰਟ ਨੇ ਆਪਣੇ ਘਰ ਬੈਠਿਆਂ ਟੈਲੀਫੋਨ ਦੇ ਉੱਤੇ ਜਾਂ ਕੰਪਿਊਟਰ ਤੇ ਬੈਠਿਆਂ ਉਹਨਾਂ ਨੇ ਆਪਣੀ ਪਾਲਿਸੀ ਉਹ ਖੋਲਣੀ ਆ ਤੇ ਡਾਕੂ ਸਾਇੰਸ ਦੇ ਥਰੂ ਉਹਨਾਂ ਨੇ ਆਪਣੇ ਸਿਗਨੇਚਰ ਵੈਰੀਫਾਈ ਕਰਕੇ ਤੇ ਸਾਨੂੰ ਭੇਜ ਦੇਣੇ ਆ, ਅਸੀਂ ਕੰਪਨੀ ਨੂੰ ਅੱਗੇ ਫਾਰਵਰਡ ਕਰ ਦੇਣੇ। ਇੱਥੇ ਜੇ ਮੈਂ ਗਲਤ ਨਾ ਹੋਵਾਂ ਤੇ ਜਦੋਂ ਖਾਸ ਕਰਕੇ ਲੋਕਡਾਊਨ ਸ਼ੁਰੂ ਹੋਇਆ ਸੀਗਾ ਜੀ ਤੇ ਮੈਨੂੰ ਲੱਗਦਾ ਕਾਫੀ ਕੰਪਨੀਆਂ ਨੇ ਤੁਹਾਡੀਆਂ ਜਿਹੜੀਆਂ ਮੰਥਲੀ ਪੇਮੈਂਟਸ ਹੁੰਦੀਆਂ ਉਹ ਡੈਫਰ ਵੀ ਕੀਤੀਆਂ ਸੀ ਜੀ। ਉਹ ਵੀ ਇੱਕ ਕਾਫੀ ਵਧੀਆ, ਦੇਖੋ ਜੀ ਬਹੁਤ ਵਧੀਆ ਉਪਰਾਲਾ ਸੀਗਾ, ਕਿਉਂਕਿ ਕੰਪਨੀਆਂ ਨੂੰ ਇਹ ਵੀ ਨਜ਼ਰ ਆਉਂਦਾ ਸੀਗਾ ਕਿ ਅਗਰ ਲੋਕਾਂ ਦੀਆਂ ਜੌਬ ਚਲੇ ਗਈਆਂ, ਲੋਕਾਂ ਦੇ ਫਾਈਨੈਂਸ਼ੀਅਲ ਮੈਟਰਸ ਖੜੇ ਹੋ ਗਏ ਤੇ ਕਿਸ਼ਤਾਂ ਕਿੱਥੋਂ ਲੈਣੀਆਂ? ਬਿਲਕੁਲ। ਤੇ ਉਹਨਾਂ ਨੇ ਬਿਫੋਰ ਹੈਂਡ ਉਹ ਮਤਲਬ ਇਸੇ ਕਰਕੇ ਪਾਲਿਸੀ ਅਦਾ ਕਰ ਦਿੱਤੀ ਕਿ ਤੁਸੀਂ 3 ਮਹੀਨੇ 4 ਮਹੀਨੇ ਜਿੱਦਾਂ ਦੀ ਕੰਪਨੀਆਂ ਸੀ, ਜਿੱਦਾਂ ਤੁਹਾਡੇ ਸਰਕਮਸਟੈਂਸਿਸ ਸੀਗੇ, ਉਹਨਾਂ ਨੇ ਉਹ ਡੈਫਰ ਵੀ ਕਰ ਦਿੱਤੀਆਂ। ਠੀਕ ਹੈ ਜੀ। ਔਰ ਉਹਨਾਂ ਦਾ ਲੋਕਾਂ ਨੇ ਬਹੁਤ ਫਾਇਦਾ ਵੀ ਉਠਾਇਆ। ਬਿਲਕੁਲ। ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀਗੇ ਕਿ ਲੋਕਡਾਊਨ ਹੋਏ, ਵਰਲਡ ਵਾਈਡ ਸ਼ਟਡਾਊਨਸ ਹੋਏ, ਉਸ ਸਮੇਂ ਦੌਰਾਨ ਇੱਕ ਨਵਾਂ ਕਨਸੈਪਟ ਸ਼ੁਰੂ ਹੋਇਆ ਜੀ, ਵਰਕ ਫਰੋਮ ਹੋਮ ਜੀ। ਤੇ ਜਿਹੜਾ ਵਰਕ ਫਰੋਮ ਹੋਮ ਆ ਇੱਕ ਡਿਫਰੈਂਟ ਵੇ ਆਫ ਵਰਕਿੰਗ ਹੈ, ਇੱਕ ਅਲੱਗ ਵਰਕ ਕਲਚਰ ਆ। ਇਹਦੇ ਸਬੰਧ ਦੇ ਵਿੱਚ ਪੰਜਾਬ ਇੰਸ਼ੋਰੈਂਸ ਨੂੰ ਜਾਂ ਤੁਹਾਨੂੰ ਐਜ਼ ਏ ਇੰਸ਼ੋਰੈਂਸ ਬ੍ਰੋਕਰ
ਕੀ ਪੋਜ਼ਿਟਿਵ ਤੇ ਕੀ ਨੈਗੇਟਿਵ ਇਹਦੇ ਆਸਪੈਕਟ ਜਿਹੜੇ ਦੇਖਣ ਨੂੰ ਮਿਲੇ? ਦੇਖੋ ਜੀ, ਵਰਕ ਫਰੋਮ ਹੋਮ ਕੱਲਾ ਪੰਜਾਬ ਇੰਸ਼ੋਰੈਂਸ ਜਾਂ ਕੱਲੀ ਇੰਸ਼ੋਰੈਂਸ ਇੰਡਸਟਰੀ ਨਹੀਂ ਕਰ ਰਹੀ, ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਕਰ ਰਹੀਆਂ। ਰਾਦਰ ਕੀ ਗਵਰਨਮੈਂਟ ਸੈਕਟਰ, ਮੈਂ ਉਹੀ ਕਹਿਣ ਲੱਗਾ ਸੀ ਕਿ ਰਾਦਰ ਕੀ ਗਵਰਨਮੈਂਟ ਸੈਕਟਰ ਵੀ ਅਜੇ ਤੱਕ ਵਰਕ ਫਰੋਮ ਹੋਮ ਚੱਲ ਰਿਹਾ। ਹਾਂਜੀ, ਸਿਨੈਰੀਓਜ਼ ਆਪਣੇ ਸਾਹਮਣੇ ਹੀ ਨੇ ਵੀ ਦੇਖੋ ਕੰਮ ਦੀ ਸਪੀਡ ਬਹੁਤ ਘਟ ਜਾਂਦੀ ਹੈ। ਹਾਂਜੀ, ਜੋ ਕੰਮ ਤੁਸੀਂ ਆਫਿਸ ਦੇ ਵਿੱਚ ਬਹਿ ਕੇ ਕਰ ਸਕਦੇ ਹੋ, ਬਿਲਕੁਲ ਤੁਸੀਂ ਉਹ ਘਰ ਬੈਠ ਕੇ ਕਦੀ ਵੀ ਨਹੀਂ ਕਰ ਸਕਦੇ। ਨਹੀਂ ਕਰ ਸਕਦੇ। ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ ਕਿ ਮੈਂ ਆਪਣੇ ਘਰ ਆਫਿਸ ਬਣਾ ਲਿਆ, ਮੈਂ ਰੂਮ ਸੈਪਰੇਟ ਕਰ ਲਿਆ, ਕੁਝ ਵੀ ਕਰ ਲਿਆ, ਪਰ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਨਹੀਂ ਘਰ ਮੁਹੱਈਆ ਹੋ ਸਕਦੀਆਂ ਜੋ ਤੁਸੀਂ ਆਫਿਸ ਦੇ ਵਿੱਚ ਬੈਠ ਕੇ ਪ੍ਰੋਪਰ ਟੂਲਸ, এনवायरमेंट, ਇਨਫਰਾਸਟ੍ਰਕਚਰ। এনवायरमेंट ਨੂੰ ਮੈਂ ਜ਼ਿਆਦਾ ਅਹਿਮੀਅਤ ਦਿੰਦਾ ਜੀ। ਘਰ ਤੁਹਾਡਾ এনवायरमेंट ਹੀ ਨਹੀਂ ਬਣ ਸਕਦਾ, ਕਦੀ ਬੱਚੇ ਆ, ਕਦੀ ਫੈਮਿਲੀ ਆ, ਕਦੀ ਕੋਈ ਗੱਲ ਆ, ਤੇ ਉਹ ਤੁਸੀਂ ਉਸ ਐਟਮੋਸਫੀਅਰ ਵਿੱਚ ਢਾਲ ਹੀ ਨਹੀਂ ਸਕਦੇ ਆਪਣੇ ਆਪ ਨੂੰ ਜਿੰਨਾ ਚਿਰ ਤੁਸੀਂ ਆਫਿਸ ਦੇ ਵਿੱਚ ਨਹੀਂ ਜਾਂਦੇ। ਬਿਲਕੁਲ। ਪਰ ਕਿਉਂਕਿ ਹਾਲਾਤ ਇਦਾਂ ਦੇ ਸੀਗੇ, ਤੋ ਇਹਦੇ ਲਈ ਮੈਂ ਇੱਕ ਉਹ ਫਰੇਜ਼ ਹੈਗੀ ਆਪਣੀ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਬਿਲਕੁਲ। ਕੰਮ ਬੰਦ ਕਰਨ ਨਾਲੋਂ ਤਾਂ ਬੈਟਰ ਇਹ ਹੈ ਕਿ ਆਪਾਂ ਆਫਿਸ ਨਹੀਂ ਬੈਠ ਸਕਦੇ ਤੇ ਘਰ ਬੈਠ ਕੇ ਕਰਾਂਗੇ, ਕੁਛ ਤਾਂ ਕਰਾਂਗੇ ਨਾ। ਬਿਲਕੁਲ ਬਿਲਕੁਲ। ਤਾਂ ਕਿ ਕਮ ਸੇ ਕਮ ਬਹੁਤਾ ਜ਼ਿਆਦਾ ਤਣਾਅ ਪਬਲਿਕ ਨੂੰ ਨੁਕਸਾਨ ਪਹੁੰਚੇ। ਬਿਲਕੁਲ। ਸੋ ਇਹ ਇੱਕ ਗੁੱਡ ਫੈਕਟਰ ਸੀਗਾ ਕਿ ਵੀ ਚਲੋ ਨਾ ਹੋਣ ਨਾਲੋਂ ਕੁਛ ਬਿਹਤਰ ਸੀਗਾ। ਬਿਲਕੁਲ। ਬਾਬਾ ਜੀ ਇੱਥੇ ਇੱਕ ਬ੍ਰੇਕ ਲੈਂਦੇ ਆ, ਔਰ ਬ੍ਰੇਕ ਤੋਂ ਬਾਅਦ ਜਿਹੜੀ ਇੰਸ਼ੋਰੈਂਸ ਇੰਡਸਟਰੀ ਨਾਲ ਰਿਲੇਟਡ ਵੱਖ-ਵੱਖ ਮੁੱਦਿਆਂ ਉੱਪਰ ਗੱਲਬਾਤ ਆ, ਇਸ ਨੂੰ ਅਸੀਂ ਜਾਰੀ ਰੱਖਾਂਗੇ ਜੀ। ਸੋ ਦੋਸਤੋ, ਤੁਸੀਂ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ, ਔਰ ਅਸੀਂ ਬ੍ਰੇਕ ਤੋਂ ਬਾਅਦ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ ਜੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਸਭਨਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਸੀ ਪੰਜਾਬ ਇੰਸ਼ੋਰੈਂਸ ਐਡਮਿੰਟਨ ਦੇ ਸੀਨੀਅਰ ਮੈਨੇਜਰ ਜਸਜੀਤ ਸਿੰਘ ਬਾਵਾ ਜੀ ਦੇ ਨਾਲ। ਬਾਬਾ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਇਸ ਵਾਰੀ ਜਿਹੜਾ ਲੋਕਡਾਊਨ ਦਾ ਪੀਰੀਅਡ ਸੀਗਾ, ਡਿਜੀਟਲ ਹੋਏ, ਤੁਸੀਂ ਵਰਕ ਫਰੋਮ ਹੋਮ ਕੀਤਾ, ਇਸ ਦਰਮਿਆਨ ਜਦੋਂ ਕਲਾਇੰਟਸ ਦੇ ਨਾਲ ਤੁਹਾਡੀ ਡਿਸਕਸ਼ਨ ਹੁੰਦੀ ਆ ਪਾਲਿਸੀਜ਼ ਨੂੰ ਲੈ ਕੇ, ਕਈ ਵਾਰੀ ਤੁਸੀਂ ਸਿਗਨੇਚਰ ਵੀ ਲੈਣੇ ਹੁੰਦੇ ਨੇ, ਕਈ ਡਾਕੂਮੈਂਟਸ ਵੀ ਰਿਕੁਆਇਰਮੈਂਟ ਹੁੰਦੀ ਆ, ਔਰ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਆ ਕਿ ਪਾਲਿਸੀ ਨੂੰ ਡਿਲੀਵਰ ਕਰਨਾ ਹੁੰਦਾ, ਤਦ ਹੀ ਜਿਹੜੀ ਕੋਈ ਪਾਲਿਸੀ ਆ ਉਹ ਇਨਫੋਰਸ ਹੁੰਦੀ ਹੈ। ਸੋ ਇਹ ਸਾਰਾ ਜਿਹੜਾ ਨਵਾਂ ਸਿਸਟਮ ਸੀਗਾ, ਇਸ ਨੂੰ ਤੁਸੀਂ ਐਜ਼ ਏ ਇੰਸ਼ੋਰੈਂਸ ਬ੍ਰੋਕਰ ਕਿਵੇਂ ਫੇਸ ਕੀਤਾ ਔਰ ਕਿਵੇਂ ਹੈਂਡਲ ਕੀਤਾ? ਮਨਜੀਤ ਜੀ, ਇਹ ਬਿਲਕੁਲ ਸਹੀ ਹੈ ਕਿ ਵੀ ਇਹ ਇੱਕ ਬਹੁਤ ਵੱਡਾ ਚੈਲੰਜ ਸੀਗਾ, ਔਰ ਕਿਉਂਕਿ ਕਿਸੇ ਨੇ ਵੀ ਕਦੀ ਇਸ ਚੀਜ਼ ਦੀ ਕਲਪਨਾ ਨਹੀਂ ਸੀ ਕੀਤੀ, ਪਰ ਇਹਦੇ ਵਿੱਚ ਦੋਨੋਂ ਪਾਰਟੀਆਂ ਨੇ ਹੀ ਬਹੁਤ ਵਧੀਆ ਰੋਲ ਅਦਾ ਕੀਤੇ। ਹਾਂਜੀ, ਕੰਪਨੀਆਂ ਨੇ ਵੀ ਤੇ ਕਲਾਇੰਟਸ ਨੇ ਵੀ। ਨਵਾਂ ਸਿਸਟਮ ਸੀਗਾ, ਨਵਾਂ ਸਿਸਟਮ ਸੀ। ਹੁਣ ਕਲਾਇੰਟ ਜਿਹੜਾ, ਉਹ ਮੈਜੋਰਿਟੀ ਆਫ ਕਲਾਇੰਟ ਜਿਹੜਾ ਉਹ ਐਜੂਕੇਟਿਡ ਹੈ, ਹਾਂਜੀ, ਪੜ੍ਹਿਆ ਲਿਖਿਆ। ਬਿਲਕੁਲ। ਉਹਨੂੰ ਇਹਨਾਂ ਗੱਲਾਂ ਨੂੰ ਬਹੁਤੀ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਪੈਂਦੀ, ਉਹ ਸਮਝ ਜਾਂਦਾ ਕਿ ਮੈਂ ਕਿਹੜੇ ਹਾਲਾਤ 'ਚੋਂ ਲੰਘ ਰਿਹਾ। ਬਿਲਕੁਲ। ਕੰਪਨੀਆਂ ਨੇ ਸਭ ਤੋਂ ਪਹਿਲਾਂ ਤਾਂ ਗੱਲ ਇਹ ਜੀ ਕਿ ਬਹੁਤ ਵੱਡਾ ਜਿਹੜਾ ਇਹਦੇ ਵਿੱਚ ਬਦਲਾਵ ਲਿਆਂਦਾ ਕਿ ਜਿੱਦਾਂ ਮੈਂ ਪਹਿਲਾਂ ਦੱਸ ਰਿਹਾ ਕਿ ਡਿਜੀਟਲ ਕਰਤਾ, ਸਿਗਨੇਚਰ ਡਿਜੀਟਲ ਹੋ ਗਏ, ਡਾਕੂ ਸਾਈਨ ਦੇ ਥਰੂ ਸਾਈਨ ਹੋ ਗਏ। ਉਸੇ ਤਰ੍ਹਾਂ ਉਹਨਾਂ ਨੇ ਪਾਲਿਸੀਆਂ ਵੀ ਜਿਹੜੀਆਂ ਉਹ ਇਲੈਕਟ੍ਰੋਨਿਕ ਕਰਤੀਆਂ ਜੀ, ਇਲੈਕਟ੍ਰੋਨਿਕਲੀ ਡਿਲੀਵਰ ਕੀਤੀਆਂ ਜ਼ਿਆਦਾਤਰ। ਉਹਦੇ 'ਚ ਕੀ ਸੀਗਾ ਕਿ ਕੰਪਨੀਆਂ ਸਾਨੂੰ ਜਾਂ ਕਲਾਇੰਟ ਨੂੰ ਉਹ ਲਿੰਕ ਭੇਜ ਦਿੰਦੀਆਂ ਸੀ। ਠੀਕ ਹੈ ਜੀ। ਉਹ ਸਾਰੀ ਦੀ ਸਾਰੀ ਪਾਲਿਸੀ ਜਿੱਦਾਂ ਪੇਪਰ ਤੇ ਹੁੰਦੀ ਸੀ, ਉਸੇ ਤਰ੍ਹਾਂ ਹੀ ਉਹ ਡਿਜੀਟਲ ਆ ਜਾਂਦੀ ਸੀ। ਠੀਕ ਹੈ ਜੀ। ਇਲੈਕਟ੍ਰੋਨਿਕਲ, ਤੇ ਉਹ ਕਲਾਇੰਟ ਆਪਣੇ ਘਰ ਬੈਠਾ ਪ੍ਰਿੰਟ ਕੱਢ ਲਵੇ, ਨਾ ਕੱਢੇ, ਜਾਂ ਪੜ੍ਹ ਸਕਦਾ, ਤੇ ਜਾਂ ਉਹਨੂੰ ਐਜ਼ ਇਟ ਇਜ਼ ਆਪਣੇ ਕੰਪਿਊਟਰ 'ਚ ਪਈ ਰਹਿਣ ਦੇਵੇ। ਸੋ ਇਹ ਇੱਕ ਤਰੀਕਾ ਸੀਗਾ। ਨੋ ਡਾਊਟ ਕਿ ਵੀ ਇਹ ਸਾਰੇ ਬੰਦੇ ਨਹੀਂ ਸੀ ਇਸ ਗੱਲ ਨਾਲ ਖੁਸ਼, ਪਰ ਬਹੁਤਿਆਂ ਨੇ ਇਸ ਗੱਲ ਨੂੰ ਅੰਡਰਸਟੈਂਡ ਕੀਤਾ ਤੇ ਉਹਨਾਂ ਨੇ ਐਕਸੈਪਟ ਵੀ ਕੀਤਾ। ਬਿਲਕੁਲ ਜੀ, ਇੱਕ ਵਾਕਈ ਆਪਣੇ ਆਪ ਦੇ ਵਿੱਚ ਇੱਕ ਨਵਾਂ ਕਨਸੈਪਟ ਸੀਗਾ ਜੀ, ਲੋਕਾਂ ਨੇ ਲਰਨਿੰਗ ਵੀ ਕੀਤੀ ਜੀ। ਅਗਰ ਗੱਲ ਕਰੀਏ ਆਪਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦੀ, ਤੇ ਹਰ ਸਾਲ ਪੰਜਾਬ ਤੋਂ, ਇੰਡੀਆ ਤੋਂ ਜਾਂ ਹੋਰਨਾਂ ਦੇਸ਼ਾਂ ਤੋਂ ਸਾਡੇ ਰਿਸ਼ਤੇਦਾਰ, ਸਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਨੇ ਜੀ। ਉਹਨਾਂ ਵਿੱਚ ਪਹਿਲਾਂ ਮੈਨੂੰ ਲੱਗਦਾ ਸੀ ਵੀ ਕਈ ਲੋਕ ਇੰਸ਼ੋਰੈਂਸ ਨਹੀਂ ਵੀ ਲੈਂਦੇ ਸੀਗੇ। ਬਿਲਕੁਲ ਜੀ। ਇਸ ਸਮੇਂ ਦੌਰਾਨ ਕੋਈ ਚੇਂਜਸ ਦੇਖਣੀਆਂ ਮਿਲੀਆਂ ਜੀ ਉਹਨਾਂ ਦੇ ਐਟੀਟਿਊਡ ਦੇ ਵਿੱਚ, ਅਪਰੋਚ ਦੇ ਵਿੱਚ? ਬਿਲਕੁਲ ਜੀ, ਚੇਂਜਸ ਬਹੁਤ ਵੱਡੀਆਂ ਦੇਖਣ ਨੂੰ ਮਿਲੀਆਂ, ਕਿਉਂਕਿ ਅੱਗੇ ਅਸੀਂ ਹਰ ਵੇਲੇ ਐਡ ਕਰਦੇ ਸੀਗੇ, ਜਾਂ ਅਸੀਂ ਇਹ ਕਹਿ ਲਓ ਕਿ ਵੀ ਲੋਕਾਂ ਤੱਕ ਆਵਾਜ਼ ਪਹੁੰਚਾਉਂਦੇ ਸੀਗੇ ਕਿ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਦੀ ਇੰਸ਼ੋਰੈਂਸ ਲੈਣੀ ਚਾਹੀਦੀ ਆ ਔਰ ਇਹਨੂੰ ਜ਼ਰੂਰੀ ਸਮਝਣਾ ਚਾਹੀਦਾ। ਤੇ ਲੋਕ ਇਹ ਅਕਸਰ ਕਹਿੰਦੇ ਜੀ ਨਹੀਂ ਚੰਗਾ ਭਲਾ ਹੱਟਾ ਕੱਟਾ, ਉਹਨੂੰ ਕੀ ਲੋੜ ਆ ਜੇ, ਇਹਨੂੰ ਕੀ ਹੋ ਚੱਲਿਆ, ਉਹਨੇ 2 ਮਹੀਨੇ ਰਹਿਣਾ, 4 ਮਹੀਨੇ ਰਹਿਣਾ, ਚਲੇ ਜਾਣਾ। ਬਿਲਕੁਲ। ਕੋਵਿਡ ਨੇ ਇਹ ਸਾਖਸ਼ਾਤ ਦਿਖਾ ਦਿੱਤਾ ਕਿ ਇੱਕ ਪਲ ਦੀ ਵੀ ਕੋਈ ਗਾਰੰਟੀ ਨਹੀਂ। ਬਿਲਕੁਲ। ਭਾਵੇਂ ਇਹ ਗੱਲ ਤਾਂ ਆਪਾਂ ਨੂੰ ਗੁਰੂ ਨਾਨਕ ਸਾਹਿਬ ਵੀ ਕਹਿ ਕੇ ਸੀ ਕਿ ਹਮ ਆਦਮੀ ਹਾਂ ਇੱਕਦਮੀ, ਪਰ ਅਸੀਂ ਉਸ ਗੱਲ ਨੂੰ ਕਦੀ ਸ਼ਾਇਦ ਕਿਸੇ ਨੇ ਬਹੁਤਾ ਜ਼ਿਆਦਾ ਗੌਰ ਨਹੀਂ ਕੀਤਾ। ਹਾਂਜੀ। ਪਰ ਹੁਣ ਲੋਕਾਂ ਨੂੰ ਇਹ ਸਮਝ ਲੱਗ ਗਈ ਕਿ ਵੀ ਆਪਾਂ ਆਦਮੀ ਵਾਕਈ ਇੱਕਦਮ ਹੀ ਆ। ਹਾਂਜੀ। ਪਤਾ ਕੋਈ ਨਹੀਂ
ਕਿ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਸਾਹ ਆਇਆ ਆਇਆ ਤਾਂ ਨਹੀਂ ਆਇਆ ਤਾਂ ਨਹੀਂ ਆਇਆ, ਕਿਉਂਕਿ ਇਹ ਕੋਵਿਡ ਦੇ ਵਿੱਚ ਸਭ ਤੋਂ ਪਹਿਲਾ ਸਾਈਨ ਹੀ ਉਹ ਸਾਹ ਦਾ ਹੀ ਹੈ। ਬਿਲਕੁਲ। ਇਹਦੇ ਵਿੱਚ ਜ਼ਿਆਦਾ ਵੱਡੀ ਚੇਂਜ ਕੀ ਆਈ ਕਿ ਹੁਣ ਲੋਕਾਂ ਨੂੰ ਸਾਨੂੰ ਨਹੀਂ ਕਹਿਣਾ ਪੈ ਰਿਹਾ ਕਿ ਤੁਸੀਂ ਇੰਸ਼ੋਰੈਂਸ ਕਰਾਓ ਆਪਣੇ ਰਿਸ਼ਤੇਦਾਰਾਂ ਦੀ ਜਾਂ ਸੱਜਣ ਮਿੱਤਰਾਂ ਦੀ। ਠੀਕ ਹੈ ਜੀ। ਹੁਣ ਤਾਂ ਇੰਡੀਆ ਤੋਂ ਅਜੇ ਅਗਰ ਵੀਜ਼ਾ ਲੱਗਿਆ ਹੀ ਹੁੰਦਾ ਨਾ ਤਾਂ ਉਦੋਂ ਹੀ ਕਾਲ ਆ ਜਾਂਦੀ ਕਿ ਭਾਜੀ ਸਾਡੇ ਰਿਸ਼ਤੇਦਾਰ ਨੇ ਉਹਨਾਂ ਦੀ ਇੰਸ਼ੋਰੈਂਸ ਕਰ ਦਿਓ ਪਹਿਲਾਂ। ਬਿਲਕੁਲ। ਕਿਉਂਕਿ ਦੂਜਾ ਸਵਾਲ ਉਹ ਇਹ ਕਰਦੇ ਨੇ ਕਿ ਜੀ ਕੋਵਿਡ ਕਵਰ ਹੋਊਗਾ ਕਿ ਨਹੀਂ ਹੋਊਗਾ। ਦੈਟਸ ਅ ਬਿਗ ਕੁਐਸਚਨ। ਬਹੁਤ ਵੱਡਾ ਕੁਐਸਚਨ ਹੈ ਜੀ। ਹਾਂ, ਇਹਦੇ ਵਿੱਚ ਮੈਂ ਥੋੜਾ ਜਿਹਾ ਜੇ ਕੁਝ ਕੰਪਨੀਆਂ ਨੂੰ ਕਹਿ ਸਕਦਾ ਕਿ ਵੀ ਸਾਰੀਆਂ ਕੰਪਨੀਆਂ ਇਹਨੂੰ ਕਵਰ ਨਹੀਂ ਕਰ ਰਹੀਆਂ, ਕੁਝ ਨੇ ਐਕਸਕਲੂਜ਼ਨ ਰੱਖੀਆਂ। ਹਾਂ, ਤੇ ਪਰ ਇਹ ਹੈ ਕਿ ਵੀ ਜਿਹੜੇ ਕੰਪਨੀਆਂ ਨਾਲ ਅਸੀਂ ਜ਼ਿਆਦਾਤਰ ਡੀਲ ਕਰਦੇ ਹਾਂ ਉਹ ਕਾਫੀ ਹੱਦ ਤੱਕ ਇਹਨੂੰ ਕਵਰ ਕਰ ਰਹੀਆਂ ਨੇ। ਓਕੇ। ਔਰ ਇੱਕ ਬੜੀ ਵੱਡੀ ਚੀਜ਼ ਆ, ਔਰ ਅਸੀਂ ਸਾਰੇ ਆਪਣੇ ਕਲਾਇੰਟਸ ਨੂੰ ਇਹਦਾ ਭਰੋਸਾ ਵੀ ਦਿੰਦੇ ਹਾਂ ਔਰ ਆਸ ਵੀ ਕਰਦੇ ਹਾਂ ਕਿ ਅਸੀਂ ਇਸ ਭਰੋਸੇ ਤੇ ਖਰੇ ਉਤਰ ਸਕੀਏ। ਅਗਰ ਗੱਲ ਕਰੀਏ ਭਾਜੀ 2021 ਦੀ, ਤੇ 2020 ਤੋਂ ਹੀ ਇੱਕ ਪ੍ਰੋਗਰਾਮ ਨੂੰ ਕਾਫੀ ਪ੍ਰਮੋਟ ਕਰ ਰਹੀਆਂ ਨੇ ਕੰਪਨੀਆਂ, ਖਾਸ ਕਰਕੇ ਪੰਜਾਬ ਇੰਸ਼ੋਰੈਂਸ ਦੀ ਗੱਲ ਕਰੀਏ, ਉਹ ਕੀ ਪ੍ਰੋਡਕਟ ਹੈ ਔਰ ਕੀ ਉਸ ਪ੍ਰੋਡਕਟ ਦੇ ਫੀਚਰ ਨੇ ਜੀ? ਮਨਜੀਤ ਜੀ, ਸਾਰੀਆਂ ਕੰਪਨੀਆਂ ਨਹੀਂ, ਇੱਕੋ ਹੀ ਕੰਪਨੀ ਹੈ ਕੈਨੇਡਾ ਦੀ ਜਿਸ ਕੰਪਨੀ ਨੇ ਬਹੁਤ ਵੱਡਾ ਉਪਰਾਲਾ ਕੀਤਾ, ਔਰ ਸ਼ਾਇਦ ਮੇਰੇ ਲਾਈਫ ਸਪੈਨ ਦੇ ਵਿੱਚ ਤਾਂ ਮੈਂ ਪਹਿਲੀ ਵਾਰੀ ਸੁਣਿਆ, ਪਰ ਬਹੁਤ ਸਾਰੇ ਜਿਹੜੇ ਮੇਰੇ ਨਾਲੋਂ ਵੀ ਸੀਨੀਅਰ ਨੇ ਉਹ ਦੱਸ ਰਹੇ ਆ ਕਿ ਵੀ ਇਹ ਕਦੀ ਨਹੀਂ ਅੱਜ ਤੱਕ ਹੋਇਆ ਕਿ ਕਿਸੇ ਕੰਪਨੀ ਨੇ ਪ੍ਰੀਮੀਅਮ ਵੇਵ ਆਫ ਕਰਤਾ ਹੋਵੇ। ਡੈਫਰ ਨਹੀਂ ਕਰ ਰਹੇ, ਡੈਫਰ ਤਾਂ ਕਈਆਂ ਨੇ ਕਰਤਾ, ਪਰ ਵੇਵ ਆਫ ਕਿਸੇ ਕੰਪਨੀ ਨੇ ਨਹੀਂ ਅੱਜ ਤੱਕ ਕੀਤਾ ਜੀ। ਠੀਕ ਹੈ ਜੀ। ਔਰ ਇੱਕ ਕੈਨੇਡਾ ਦੀ ਇੱਕੋ ਹੀ ਕੰਪਨੀ ਹੈ ਕੈਨੇਡਾ ਲਾਈਫ, ਜਿਸ ਕੰਪਨੀ ਨੇ 4 ਮਹੀਨੇ ਦਾ ਪ੍ਰੀਮੀਅਮ ਤੁਹਾਡਾ ਵੇਵ ਆਫ ਕਰਤਾ ਜੀ। ਠੀਕ ਹੈ ਜੀ। ਤੁਸੀਂ ਅੱਜ ਬਾਏ ਕਰ ਲਓ ਜਾਂ 1 ਮਾਰਚ ਤੱਕ ਬਾਏ ਕਰ ਲਓ। ਅੱਛਾ ਜੀ। 1 ਮਾਰਚ ਸਨ 2021 ਤੱਕ ਦਾ ਟਾਈਮ ਹੈ। ਤੁਸੀਂ ਅਗਰ ਆਪਣੀ ਇੰਸ਼ੋਰੈਂਸ ਇਸ ਦੌਰਾਨ ਬਾਏ ਕਰਦੇ ਹੋ, ਜਿੱਦਣ ਵੀ ਬਾਏ ਕਰਦੇ ਹੋ ਉਸ ਤੋਂ 4 ਮਹੀਨੇ ਤੱਕ ਤੁਸੀਂ ਕੋਈ ਪ੍ਰੀਮੀਅਮ ਨਹੀਂ ਪੇ ਕਰਨਾ। ਸੋ ਡੈਡਲਾਈਨ ਹੈਗੀ ਹੈ ਜੀ? ਜੀ, 1 ਮਾਰਚ ਦੀ ਡੈਡਲਾਈਨ ਹੈ ਜੀ। 1 ਮਾਰਚ ਕਿ 31 ਮਾਰਚ? 1 ਮਾਰਚ। 1 ਮਾਰਚ 2021 ਤੱਕ ਜੀ, 1 ਮਾਰਚ ਸਨ 2021 ਤੱਕ ਤੁਸੀਂ ਕਦੀ ਵੀ ਇੰਸ਼ੋਰੈਂਸ ਬਾਏ ਕਰੋਗੇ ਤਾਂ ਤੁਸੀਂ ਅਗਲੇ 4 ਮਹੀਨੇ ਕੋਈ ਪ੍ਰੀਮੀਅਮ ਪੇ ਨਹੀਂ ਕਰਨਾ। ਮੈਂ ਫਿਰ ਦੁਬਾਰਾ ਦੁਹਰਾ ਦਿੰਦਾ ਕਿ ਇਹ ਡੈਫਰ ਨਹੀਂ ਹੈਗਾ, ਇਹ ਵੇਵ ਆਫ ਹੈ। ਬਿਲਕੁਲ ਜੀ। ਐਂਡ ਦੇयर इज अ लॉट डिफरेंस। ਬਿਲਕੁਲ ਜੀ। ਅਗਰ ਤੁਸੀਂ ਲਾਈਫ ਇੰਸ਼ੋਰੈਂਸ ਨਹੀਂ ਲਈ, ਸੋਚ ਰਹੇ ਜੇ ਇਸ ਬਾਰੇ, ਤਾਂ ਡੈਫੀਨੇਟਲੀ ਇਸ ਪ੍ਰੋਡਕਟ ਦਾ, ਇਸ ਸਕੀਮ ਦਾ ਬੈਨੀਫਿਟ ਤੁਹਾਨੂੰ ਡੈਫੀਨੇਟਲੀ ਲੈਣਾ ਚਾਹੀਦਾ। ਇੱਕ ਹੋਰ ਚੀਜ਼ ਦਾ ਮੈਂ ਇਹਦੇ ਨਾਲ ਦੀ ਨਾਲ ਮੈਂ ਵਾਅਦਾ ਕਰਦਾ, ਜੋੜ ਦਿੰਦਾ ਕਿ ਇਹ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸ਼ੰਕਾ ਆ ਜਾਂਦੀ ਹੈ ਕਿ 4 ਮਹੀਨੇ ਦਾ ਪ੍ਰੀਮੀਅਮ ਛੱਡਤਾ ਇਹਨਾਂ ਨੇ ਮੁੜ ਕੇ ਫੇਰ ਜੋੜ ਲੈਣਾ। ਨਹੀਂ, ਕਿਉਂਕਿ ਲਾਈਫ ਇੰਸ਼ੋਰੈਂਸ ਦੇ ਵਿੱਚ ਜਦੋਂ ਅਸੀਂ ਤੁਹਾਨੂੰ ਕੋਈ ਇਲਸਟ੍ਰੇਸ਼ਨ ਬਣਾ ਕੇ ਦਿੰਨੇ ਆ, ਹਾਂਜੀ, ਤੁਹਾਡਾ ਕੋਈ ਕੋਡ ਕੱਢਿਆ ਜਾਂਦਾ, ਤਾਂ ਉਹ ਜਿੰਨੇ ਟਾਈਮ ਲਈ ਤੁਸੀਂ ਲਾਈਫ ਇੰਸ਼ੋਰੈਂਸ ਬਾਏ ਕਰਦੇ ਹੋ ਉਹਨੇ ਟਾਈਮ ਲਈ ਤੁਹਾਡੀ ਉਹ ਪ੍ਰਾਈਸਿਸ ਜਿਹੜੀਆਂ ਲੌਕ ਹੋ ਜਾਂਦੀਆਂ ਨੇ। ਠੀਕ ਹੈ ਜੀ। ਸੋ ਇਹ ਪ੍ਰਾਈਸ ਕਦੀ ਨਹੀਂ ਚੇਂਜ ਹੋਣੀ। ਜੇ ਅਗਰ ਤੁਸੀਂ ਮੰਨ ਲਓ 20 ਸਾਲ ਲਈ ਪਲਾਨ ਲਿਆ ਜਾਂ 30 ਸਾਲ ਲਈ ਪਲਾਨ ਲਿਆ, ਉਹ ਪਲਾਨ ਤੁਹਾਡਾ 19 ਸਾਲ ਲਈ 19 ਅਮਾਊਂਟ ਲਈ ਲੌਕ ਹੋ ਗਿਆ। ਕੰਪਨੀ ਨੇ ਉਹ 4 ਮਹੀਨੇ ਦੇ ਪੈਸੇ ਆਪਣੇ ਕੋਲੋਂ ਭਰਨੇ ਨੇ। ਠੀਕ ਹੈ ਜੀ। ਬਾਬਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 2020 ਜਿਹੜਾ ਵਾ ਆਪਣੇ ਆਪ ਦੇ ਵਿੱਚ ਬਹੁਤ ਮੁਸੀਬਤਾਂ ਲੈ ਕੇ ਆਇਆ, ਮਨੁੱਖਤਾ ਸਾਰੀ ਪਰੇਸ਼ਾਨ ਰਹੀ ਇਸ ਬਿਮਾਰੀ ਕਰਕੇ, ਕੋਵਿਡ-19 ਕਰਕੇ। ਅਗਰ 2021 ਦੀ ਗੱਲ ਕਰੀਏ, ਕਿਉਂਕਿ 2020 ਆਲਮੋਸਟ ਜੀ ਸਮਾਪਤੀ ਵੱਲ, ਤੇ ਇਸ ਨੂੰ ਇੰਸ਼ੋਰੈਂਸ ਇੰਡਸਟਰੀ ਪੱਖੋਂ ਜਾਂ ਐਜ਼ ਏ ਇੰਸ਼ੋਰੈਂਸ ਬ੍ਰੋਕਰ ਤੁਸੀਂ ਕਿਵੇਂ ਦੇਖਦੇ ਜੇ? ਕੀ ਪ੍ਰਸਪੈਕਟਿਵ ਲੈ ਕੇ ਚੱਲ ਰਹੇ ਜੇ ਤੁਸੀਂ? ਹਰ ਇਨਸਾਨ ਮਨਜੀਤ ਜੀ ਆਪਣੀ ਬਿਹਤਰੀ ਵਾਸਤੇ ਚੱਲਦਾ। ਹਾਂਜੀ। ਕੋਈ ਨਹੀਂ ਚਾਹੁੰਦਾ ਕਿ ਮੇਰਾ ਆਉਂਦੀਆਂ ਘੜੀਆਂ ਮੇਰੇ ਲਈ ਕੋਈ ਮਾੜੀਆਂ ਹੋਣ ਜਾਂ ਕੋਈ ਮਾੜਾ ਵਕਤ ਲੈ ਕੇ ਆਉਣ। ਹਾਂਜੀ। ਪਰ ਕੋਵਿਡ-19 ਇੱਕ ਐਸਾ ਦੌਰ ਆਇਆ ਜਿਹਨੇ ਇਸ ਚੀਜ਼ ਦੇ ਉੱਤੇ ਵੀ ਕੁਐਸਚਨ ਮਾਰਕ ਪੁੱਟ ਕਰਤਾ ਵੀ ਅਗਲਾ ਟਾਈਮ ਚੰਗਾ ਆਊਗਾ ਵੀ ਕਿ ਨਹੀਂ ਆਊਗਾ। ਬਿਲਕੁਲ। ਔਰ ਇਸ ਚੀਜ਼ ਦੇ ਬੜੇ ਹੀ ਕੌਨਸੀਕੁਐਂਸਿਸ ਸਾਹਮਣੇ ਆਏ ਨੇ। ਹੁਣ ਥੋੜਾ ਜਿਹਾ ਵੈਕਸੀਨ ਆਉਣ ਦੇ ਨਾਲ ਥੋੜਾ ਜਿਹਾ ਇਹ ਜ਼ਰੂਰ ਹੋ ਗਿਆ ਕਿ ਚਲੋ ਅਸਾਰ ਲੱਗ ਗਏ, ਜਿੱਦਾਂ ਤੁਸੀਂ ਕਿਹਾ ਕਿ ਇੱਕ ਆਸ ਦੀ ਕਿਰਨ ਜਾਗ ਪਈ ਹੈ। ਔਰ ਚੰਗਾ ਲੱਗਦਾ ਕਿ ਵੀ ਆਉਣ ਵਾਲਾ ਟਾਈਮ ਜਿਹੜਾ ਬਿਹਤਰ ਹੀ ਹੋਊਗਾ, ਔਰ ਇਸ ਤੋਂ ਮਾੜਾ ਟਾਈਮ ਤਾਂ ਕੀ ਹੋ ਸਕਦਾ। ਬਿਲਕੁਲ। ਆਪਾਂ ਆਲਮੋਸਟ ਜ਼ੀਰੋ ਤੋਂ ਉੱਪਰ ਉੱਠੇ ਹਾਂ ਜੀ। ਹਾਂਜੀ, ਬਿਲਕੁਲ। ਤੇ ਜ਼ੀਰੋ ਤੋਂ ਥੱਲੇ ਕੁਝ ਨਹੀਂ ਹੁੰਦਾ ਜੀ। ਡੈਫੀਨੇਟਲੀ। ਤੇ ਜ਼ੀਰੋ ਇੱਕ ਤੁਹਾਡਾ ਇੱਕ ਸਟੈਂਡਰਡ ਆ, ਤੇ ਜੇ ਆਪਾਂ ਜ਼ੀਰੋ ਨੂੰ ਹੀ ਟੱਚ ਕਰ ਗਏ ਆ ਤੇ ਹੁਣ ਇਸ ਤੋਂ ਬਾਅਦ ਤਾਂ ਬਿਹਤਰੀ ਹੀ ਹੋਊਗੀ। ਬਿਲਕੁਲ। ਔਰ ਇਹੀ ਆਸ ਕਰਦੇ ਆ ਵਾਕਈ ਕਿ ਪਰਮਾਤਮਾ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਨ 2021 ਜਿਹੜਾ ਉਹ ਪੂਰੇ ਖੁਸ਼ੀਆਂ ਖੇੜਿਆਂ ਨਾਲ ਲਾਵੇ ਔਰ ਤੰਦਰੁਸਤੀਆਂ ਬਖਸ਼ਣ ਗੁਰੂ ਮਹਾਰਾਜ ਸਾਰਿਆਂ ਨੂੰ, ਔਰ ਕਿਸੇ ਨੂੰ ਵੀ ਦੁਬਾਰਾ ਪਿੱਛੇ ਮੁੜ ਕੇ ਨਾ ਦੇਖਣਾ ਪਵੇ, ਇਹੀ ਆਸ ਕਰਦੇ ਹਾਂ ਜੀ। ਔਰ ਉਮੀਦ ਵੀ ਹੈ ਕਿ ਇਹ ਹਾਲਾਤ ਠੀਕ ਹੋ ਜਾਣਗੇ। ਬਿਲਕੁਲ ਜੀ। ਬਾਬਾ ਜੀ, ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਨਾਲ ਆਪਣਾ ਸੰਪਰਕ ਨੰਬਰ ਜ਼ਰੂਰ ਸ਼ੇਅਰ ਕਰੋ ਜੀ। ਜੀ ਮਨਜੀਤ ਜੀ, ਮੇਰਾ ਸੰਪਰਕ ਹੈ ਜੀ 780 266 6161 7802666161। ਐਡਮਿੰਟਨ ਦੇ ਵਿੱਚ ਪੰਜਾਬ ਇੰਸ਼ੋਰੈਂਸ ਦਾ ਆਫਿਸ ਹੈ ਜੀ 9130
34 A ਐਵੀਨਿਊ ਨਾਰਥ ਵੈਸਟ ਐਡਮਿੰਟਨ ਅਲਬਰਟਾ। ਔਰ ਤੁਸੀਂ ਸਾਨੂੰ ਕਦੀ ਵੀ ਮੈਨੂੰ ਫੋਨ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਸੀਂ ਸੋਸ਼ਲ ਡਿਸਟੈਂਸਿੰਗ ਨੂੰ ਅਜੇ ਵੀ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਹੋਇਆ। ਆਫਿਸ ਅਸੀਂ ਸਾਡੇ ਜਿਹੜੇ ਆ ਵਰਕ ਫਰੋਮ ਹੋਮ ਕਰ ਰਹੇ ਹਾਂ, ਅਸੀਂ ਸਾਰੇ ਸਟਾਫ ਸਾਡਾ ਘਰੋਂ ਕੰਮ ਕਰ ਰਿਹਾ, ਪਰ ਕੰਮ ਦੇ ਵਿੱਚ ਕੋਈ ਕਮੀ ਨਹੀਂ ਆ ਰਹੀ। ਅਸੀਂ ਆਪਣਾ ਪੂਰੀ ਤਰ੍ਹਾਂ ਜੋ ਵੀ ਸਾਡੇ ਵੱਲੋਂ ਸੇਵਾਵਾਂ ਚਾਹੀਦੀਆਂ ਨੇ, ਜ਼ਰੂਰੀ ਨੇ, ਅਸੀਂ ਪੂਰੀਆਂ ਮੁਹੱਈਆ ਕਰਾ ਰਹੇ ਹਾਂ। ਔਰ ਇਹ ਵੀ ਮੈਂ ਦੱਸ ਦਿਆਂ ਕਿ ਸਾਨੂੰ ਅਜੇ ਵੀ ਕਈ ਲੋਕ ਕਈ ਵਾਰੀ ਫੋਰਸ ਵੀ ਕਰ ਲੈਂਦੇ ਆ ਕਿ ਨਹੀਂ ਜੀ ਮੈਂ ਮਿਲਣਾ ਹੀ ਆ, ਮੈਂ ਮਿਲ ਕੇ ਹੀ ਗੱਲ ਕਰਨੀ ਆ, ਤੇ ਉਹਨਾਂ ਵਾਸਤੇ ਅਸੀਂ ਸਪੈਸ਼ਲ ਇੰਸਟਰਕਸ਼ਨ ਇਹ ਦਰਵਾਜ਼ੇ 'ਤੇ ਵੀ ਲਿਖ ਕੇ ਲਾਈਆਂ ਹੋਈਆਂ ਕਿ ਨੋ ਐਂਟਰੀ ਵਿਦਆਊਟ ਫੇਸ ਮਾਸਕ, ਔਰ ਤੁਸੀਂ ਐਂਟਰ ਕਰਨਾ ਤੇ ਆਉਂਦਿਆਂ ਸਾਰ ਤੁਸੀਂ ਪਹਿਲਾਂ ਸੈਨੀਟਾਈਜ਼ ਕਰਨਾ, ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣੀ ਆ। ਸਾਡੀਆਂ ਚੇਅਰਸ ਦੇ ਉੱਤੇ ਵੀ ਕ੍ਰਾਸ ਮਾਰਕ ਲੱਗੇ ਹੋਏ ਆ ਕਿ ਤੁਸੀਂ ਇੰਨਾ ਡਿਸਟੈਂਸ ਛੱਡ ਕੇ ਬੈਠਣਾ। ਔਰ ਜ਼ਿਆਦਾਤਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੋਰਡ ਰੂਮ ਦੇ ਵਿੱਚ ਹੀ ਕਲਾਇੰਟ ਨੂੰ ਮਿਲਿਆ ਜਾਵੇ, ਕਿਉਂਕਿ ਬੋਰਡ ਰੂਮ ਦੇ ਵਿੱਚ ਥੋੜ੍ਹਾ ਜਿਹਾ ਸਪੇਸ ਜ਼ਿਆਦਾ ਹੁੰਦੀ ਹੈ। ਜਾਣ ਤੋਂ ਪਹਿਲਾਂ ਕੋਈ ਖਾਸ ਕੋਈ ਇਨਫੋਰਮੇਸ਼ਨ ਰਹਿ ਗਈ ਹੋਵੇ ਜਾਂ ਕੋਈ ਸਪੈਸ਼ਲ ਸੁਨੇਹਾ ਤੁਸੀਂ ਸਾਡੇ ਦਰਸ਼ਕਾਂ ਤੱਕ ਦੇਣਾ ਚਾਹੋ? ਮਨਜੀਤ ਜੀ, ਇੱਕੋ ਹੀ ਸੁਨੇਹਾ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਔਰ ਆਪਣੇ ਆਪ ਨੂੰ ਵੀ ਔਰ ਆਪਣੇ ਪਰਿਵਾਰ ਨੂੰ ਵੀ ਹਮੇਸ਼ਾ ਅਗਰ ਖੁਸ਼ਹਾਲ ਦੇਖਣਾ ਚਾਹੁੰਦੇ ਹੋ ਤੇ ਆਪਣੀ ਹਿਫਾਜ਼ਤ ਆਪ ਕਰੋ। ਕਿਸੇ ਨੂੰ ਕਹਿਣ ਦੀ ਲੋੜ ਨਾ ਪਵੇ। ਆਪਣੀ ਔਰ ਆਪਣੇ ਪਰਿਵਾਰ ਦੀ ਇੰਸ਼ੋਰੈਂਸ ਜ਼ਰੂਰ ਬਾਏ ਕਰੋ, ਕਿਤੋਂ ਵੀ ਲਓ, ਪਰ ਹੋਵੇ ਜ਼ਰੂਰ ਤੁਹਾਡੇ ਕੋਲ। ਇਹ ਮੈਂ ਇਹੀ ਸੁਣਿਆ ਹਰ ਵੇਲੇ ਦਿੰਦਾ ਕਿ ਤੁਹਾਡੇ ਕੋਲ ਇੰਸ਼ੋਰੈਂਸ ਜ਼ਰੂਰ ਹੋਣੀ ਚਾਹੀਦੀ ਆ, ਤਾਂ ਕਿ ਬਾਅਦ ਦੇ ਵਿੱਚ ਪਰਿਵਾਰ ਨੂੰ ਇਹ ਨਾ ਕਹਿਣਾ ਪਵੇ ਕਿ ਇਹ ਕੀ ਭਾਣਾ ਵਰਤ ਗਿਆ। ਬਿਲਕੁਲ ਬਾਬਾ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ, ਇੰਸ਼ੋਰੈਂਸ ਦੇ ਵੱਖ-ਵੱਖ ਆਸਪੈਕਟਸ ਦੇ ਉੱਪਰ ਗੱਲਬਾਤ ਕੀਤੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਮਨਜੀਤ ਜੀ, ਧੰਨਵਾਦ ਸਾਰੇ ਹੀ ਦਰਸ਼ਕਾਂ ਦਾ ਜਿਹਨਾਂ ਨੇ ਮੈਨੂੰ ਅੱਜ ਦੇਖਿਆ ਸੁਣਿਆ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੇ ਰਾਹੀਂ। ਔਰ ਆਸ ਕਰਦੇ ਹਾਂ ਜੀ ਕਿ ਆਉਂਦੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕਦੀ ਨਾ ਕਦੀ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ ਜੀ। ਸਾਰਿਆਂ ਦਾ ਰੱਬ ਰਾਖਾ। ਸੋ ਇਹ ਸਨ ਸਰਦਾਰ ਜਸਜੀਤ ਸਿੰਘ ਬਾਵਾ ਜੀ, ਪੰਜਾਬ ਇੰਸ਼ੋਰੈਂਸ ਐਡਮਿੰਟਨ ਦੇ ਸੀਨੀਅਰ ਮੈਨੇਜਰ। ਇੰਸ਼ੋਰੈਂਸ ਦੇ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ। ਆਸ ਕਰਦੇ ਕਿ ਜਿਹੜੀ ਗੱਲਬਾਤ ਆ ਤੁਹਾਡੇ ਲਈ ਲਾਹੇਵੰਦ ਹੋਵੇਗੀ, ਔਰ ਆਉਣ ਵਾਲੇ ਐਪੀਸੋਡਸ ਦੇ ਵਿੱਚ ਐਡਮਿੰਟਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਹੋਰ ਮਾਹਰਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ। ਮੈਨੂੰ ਮਨਜੀਤ ਸਿੰਘ ਫਿਰਮਾਨ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।